Hello students, now we are going to start the new topic Robert Clive from first lesson. ਰੋਬਰਟ ਕਲਾਈਵ ਬਾਰੇ ਅਸੀਂ ਅੱਜ ਜਾਣਕਾਰੀ ਹਾਸਲ ਕਰਾਂਗੇ। ਰੋਬਰਟ ਕਲਾਈਵ ਦੇ ਮੁੱਢਲਾ ਜੀਵਨ ਕਿਸ ਤਰ੍ਹਾਂ ਦਾ ਸੀਗਾ। ਰੋਬਰਟ ਕਲਾਈਵ ਦਾ ਜਨਮ ਹੋਇਆ ਸਨ 1725 ਈਸਵੀ ਦੇ ਵਿੱਚ। ਫਾਦਰ ਦਾ ਨੇਮ ਸੀ ਰਿਚਰਡ ਕਲਾਈਵ ਤੇ ਮਦਰ ਦਾ ਨੇਮ ਸੀ ਰਬੇਕਾ ਗੈਸਕੈਲ ਤੇ ਉਹਨਾਂ ਨੇ 4 ਪ੍ਰਾਈਵੇਟ ਸਕੂਲਸ ਦੇ ਵਿੱਚ ਐਜੂਕੇਸ਼ਨ ਹਾਸਲ ਕੀਤੀ ਸੀ। ਸਨ 1744 ਈਸਵੀ ਵਿੱਚ ਲੇਖਕ ਦੇ ਤੌਰ ਤੇ ਉਹਨਾਂ ਨੇ ਕੰਪਨੀ ਵਿੱਚ ਜੁਆਇਨ ਕਰ ਲਿਆ ਸੀ ਤੇ ਲੇਖਕ ਦੇ ਤੌਰ ਤੇ ਫਿਰ ਉਹ ਮਦਰਾਸ ਆ ਗਏ। ਮਦਰਾਸ ਵਿੱਚ ਆ ਕੇ ਉਹਨਾਂ ਨੇ ਲੇਖਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ, ਲੇਕਿਨ ਉਹ ਆਪਣੀ ਇਸ ਜੌਬ ਤੋਂ ਬਹੁਤ ਜ਼ਿਆਦਾ ਬੋਰ ਹੋ ਗਏ ਸੀ, ਜਿਸ ਕਰਕੇ ਉਹਨਾਂ ਨੇ ਆਤਮਘਾਤ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਦਾ ਬਚਾਅ ਹੋ ਗਿਆ। ਜਿਸ ਕਰਕੇ ਉਹਨਾਂ ਨੇ ਸੋਚਿਆ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਚੰਗਾ ਕੰਮ ਕਰਨ ਲਈ ਭੇਜਿਆ ਦੁਨੀਆ ਦੇ ਉੱਤੇ। ਉਸ ਤੋਂ ਬਾਅਦ ਫਿਰ ਉਹ ਅੰਗਰੇਜ਼ੀ ਕੰਪਨੀ ਦੀ ਸੈਨਾ ਵਿੱਚ ਭਰਤੀ ਹੋ ਗਏ ਤੇ ਸੈਨਾ ਦੇ ਤੌਰ ਤੇ ਉਹਨਾਂ ਨੇ ਜਿਹੜਾ ਸੀਗਾ ਉਹ ਸੈਨਿਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਸੀ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਅੱਗੇ ਆਪਾਂ ਕਲਾਈਵ ਦੀਆਂ ਸੈਨਿਕ ਪ੍ਰਾਪਤੀਆਂ ਵੱਲ ਜਾਂਦੇ ਹਾਂ। ਜਿਸ ਟਾਈਮ ਤੇ ਕਲਾਈਵ ਅੰਗਰੇਜ਼ੀ ਸੈਨਾ ਦੇ ਵਿੱਚ ਭਰਤੀ ਹੋਏ ਸੀ, ਉਸ ਟਾਈਮ ਦੇ ਉੱਤੇ ਅੰਗਰੇਜ਼ਾਂ ਦਾ ਕਰਨਾਟਕ ਦੇ ਨਾਲ ਦੂਸਰਾ ਯੁੱਧ ਚੱਲ ਰਿਹਾ ਸੀਗਾ। ਇੱਕ ਪਾਸੇ ਅੰਗਰੇਜ਼ ਸੀ ਤੇ ਦੂਸਰੇ ਪਾਸੇ ਫਰਾਂਸੀਸੀ ਤੇ ਚੰਦਾ ਸਾਹਿਬ। ਫਰਾਂਸੀਸੀਆਂ ਵੱਲੋਂ ਡੁਪਲੇ ਜਿਹੜੇ ਸੀ ਉਹ ਲੜਾਈ ਲੜ ਰਹੇ ਸੀਗੇ। ਦੱਖਣ ਤੇ ਕਰਨਾਟਕ ਦੇ ਵਿੱਚ ਅੰਗਰੇਜ਼ਾਂ ਤੇ ਫਰਾਂਸੀਸੀਆਂ ਦੇ ਵਿਚਕਾਰ ਹੀ ਲੜਾਈ ਹੋ ਰਹੀ ਸੀਗੀ। 1751 ਦੇ ਵਿੱਚ ਫਰਾਂਸੀਸੀ ਤੇ ਚੰਦਾ ਸਾਹਿਬ ਇਹਨਾਂ ਨੇ ਤ੍ਰਿਚਨਾਪੱਲੀ ਨਾਮ ਦੇ ਸ਼ਹਿਰ ਨੂੰ ਘੇਰਾ ਪਾ ਲਿਆ। ਉਸ ਟਾਈਮ ਦੇ ਉੱਤੇ ਕਲਾਈਵ ਹੱਲੇ ਅੰਗਰੇਜ਼ੀ ਸੈਨਾ ਵਿੱਚ ਭਰਤੀ ਹੋਏ ਸੀ ਤੇ ਕਲਾਈਵ ਨੂੰ ਜ਼ਿੰਮੇਵਾਰੀ ਸੌਂਪੀ ਗਈ ਤ੍ਰਿਚਨਾਪੱਲੀ ਨੂੰ ਬਚਾਉਣ ਦੀ। ਕਲਾਈਵ ਨੇ ਇੱਕ ਚਾਲ ਸੋਚੀ। ਉਹਨਾਂ ਨੇ ਤ੍ਰਿਚਨਾਪੱਲੀ ਉੱਤੇ ਹਮਲਾ ਕਰਨ ਦੀ ਬਜਾਏ ਦੂਜੇ ਪਾਸੇ ਅਰਕਾਟ ਦੇ ਉੱਤੇ ਅਧਿਕਾਰ ਕਰ ਲਿਆ ਤੇ ਉਹਨਾਂ ਨੇ ਅਰਕਾਟ ਨੂੰ ਘੇਰਾ ਪਾ ਲਿਆ। ਚੰਦਾ ਸਾਹਿਬ ਤੇ ਫਰਾਂਸੀਸੀਆਂ ਨੇ ਅਰਕਾਟ ਨੂੰ ਬਚਾਉਣ ਵਾਸਤੇ ਆਪਣੀ ਅੱਧੀ ਸੈਨਾ ਜਿਹੜੀ ਸੀ ਉਹ ਅਰਕਾਟ ਵੱਲ ਭੇਜ ਦਿੱਤੀ, ਲੇਕਿਨ ਕਲਾਈਵ ਜਿਹੜਾ ਸੀ ਉਹਨਾਂ ਨੇ ਬੜੀ ਹੀ ਨਿਡਰਤਾ ਦੇ ਨਾਲ ਅਰਕਾਟ ਨੂੰ ਜਿਹੜਾ ਸੀ ਉਹ 53 ਦਿਨ ਤੱਕ ਘੇਰਾ ਪਾਈ ਰੱਖਿਆ। ਇਸ ਤਰ੍ਹਾਂ ਦੇ ਨਾਲ ਫਰਾਂਸੀਸੀ ਤੇ ਚੰਦਾ ਸਾਹਿਬ ਜਿਹੜੇ ਸੀ ਉਹ ਅਰਕਾਟ ਨੂੰ ਤੇ ਤ੍ਰਿਚਨਾਪੱਲੀ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਉਸ ਤੋਂ ਬਾਅਦ ਡੁਪਲੇ ਦਾ ਪਤਨ ਹੋ ਗਿਆ ਤੇ ਸਨ 1753 ਈਸਵੀ ਦੇ ਵਿੱਚ ਕਲਾਈਵ ਦੀ ਸਿਹਤ ਖਰਾਬ ਹੋਣ ਕਰਕੇ ਉਹ ਇੰਗਲੈਂਡ ਵਾਪਸ ਚਲੇ ਗਏ। ਹੁਣ ਅਸੀਂ ਕਲਾਈਵ ਦੀ ਦੂਸਰੀ ਪ੍ਰਾਪਤੀ ਬਾਰੇ ਜਾਣਦੇ ਹਾਂ। ਕਲਾਈਵ ਮਦਰਾਸ ਦੇ ਵਿੱਚ ਫੋਰਟ ਸੇਂਟ ਡੇਵਿਡ ਦਾ ਗਵਰਨਰ ਬਣ ਕੇ ਆਇਆ ਸੀ। ਕਲਾਈਵ ਨੂੰ ਮਦਰਾਸ ਤੋਂ ਹੁਣ ਇੱਕ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਸੀ ਕਲਕੱਤਾ ਜਾਣ ਦੀ। ਕਲਾਈਵ ਨੂੰ ਕਲਕੱਤਾ ਕਿਉਂ ਜਾਣਾ ਪਿਆ, ਉਸ ਦਾ ਇੱਕ ਖਾਸ ਰੀਜ਼ਨ ਸੀ, ਕਿਉਂਕਿ ਕਲਕੱਤੇ ਦੇ ਵਿੱਚ ਅੰਗਰੇਜ਼ਾਂ ਦੀ ਇੱਕ ਫੈਕਟਰੀ ਸੀਗੀ ਔਰ ਕਲਕੱਤੇ ਦੇ ਵਿੱਚ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਦੇ ਨਾਲ ਨਾਲ ਕਿਲ੍ਹੇ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਬੰਗਾਲ ਦਾ ਨਵਾਬ ਸਿਰਾਜੂਦੌਲਾ ਉਸ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ, ਜਿਸ ਕਰਕੇ ਉਸਨੇ ਅੰਗਰੇਜ਼ੀ ਕੰਪਨੀ ਤੇ ਕਲਕੱਤਾ ਦੀ ਕੌਂਸਲ ਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਕਲਕੱਤੇ ਦੇ ਵਿੱਚ ਅੰਗਰੇਜ਼ ਆਪਣਾ ਕਿਲ੍ਹਾ ਬਣਾ ਰਹੇ ਆ, ਲੇਕਿਨ ਕਲਕੱਤਾ ਕੌਂਸਲ ਨੇ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਜਿਸ ਕਰਕੇ ਨਵਾਬ ਸਿਰਾਜੂਦੌਲਾ ਨੇ ਜਦੋਂ ਦੇਖਿਆ ਕਿ ਕੋਈ ਵੀ ਉਸ ਦੀ ਗੱਲ ਨਹੀਂ ਮੰਨ ਰਿਹਾ, ਤਾਂ ਉਸਨੇ 1756 ਦੇ ਵਿੱਚ ਕਲਕੱਤੇ ਵਿੱਚ ਜਿੱਥੇ ਅੰਗਰੇਜ਼ੀ ਫੈਕਟਰੀ ਸੀ ਉੱਥੇ ਅਧਿਕਾਰ ਕਰ ਲਿਆ। ਉਸਨੇ ਨਾਲ ਹੀ ਪੂਰਾ ਸ਼ਹਿਰ ਜਿਹੜਾ ਸੀ ਉਸਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਇਸ ਸ਼ਹਿਰ ਨੂੰ ਬਚਾਉਣ ਵਾਸਤੇ ਹੀ ਕਲਾਈਵ ਨੂੰ ਭੇਜਿਆ ਗਿਆ ਸੀਗਾ, ਜਿਸ ਕਰਕੇ ਕਲਾਈਵ ਨੇ ਬੜੀ ਹੀ ਬਹਾਦਰੀ ਦੇ ਨਾਲ 1756 ਈਸਵੀ ਦੇ ਵਿੱਚ ਹੀ ਉਸਨੇ ਕਲਕੱਤਾ ਸ਼ਹਿਰ ਨੂੰ ਵਾਪਸ ਨਵਾਬ ਸਿਰਾਜੂਦੌਲਾ ਦੇ ਕੋਲੋਂ ਲੈ ਲਿਆ। ਇਸ ਤਰ੍ਹਾਂ ਦੇ ਨਾਲ ਕਲਾਈਵ ਦੀ ਇਹ ਦੂਸਰੀ ਵੱਡੀ ਪ੍ਰਾਪਤੀ ਸੀ। ਇਸ ਪ੍ਰਾਪਤੀ ਤੋਂ ਬਾਅਦ ਹੁਣ ਕਲਾਈਵ ਨੇ ਅਗਲੀ ਸਾਜ਼ਿਸ਼ ਜਿਹੜੀ ਸੀ ਉਹ ਰਚਣੀ ਸ਼ੁਰੂ ਕੀਤੀ, ਕਿਉਂਕਿ ਕਲਾਈਵ ਜਾਣਦਾ ਸੀਗਾ ਕਿ ਬੰਗਾਲ ਦਾ ਨਵਾਬ ਸਿਰਾਜੂਦੌਲਾ ਜਿਹੜਾ ਹੈ ਉਹ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਿਲਾਂ ਪੈਦਾ ਕਰ ਰਿਹਾ। ਜਿਸ ਕਰਕੇ ਹੁਣ ਉਸਨੇ ਸੋਚਿਆ ਕਿ ਕਿਉਂ ਨਾ ਇਸ ਨਵਾਬ ਨੂੰ ਜਿਹੜਾ ਉਹ ਰਸਤੇ ਵਿੱਚੋਂ ਹਟਾ ਦਿੱਤਾ ਜਾਵੇ। ਇਸ ਕਰਕੇ ਕਲਾਈਵ ਨੇ ਹੁਣ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ। ਉਸਨੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੇ ਮੁੱਖ ਸੈਨਾਪਤੀ ਮੀਰ ਜ਼ਾਫਰ ਨੂੰ ਆਪਣੇ ਨਾਲ ਮਿਲਾ ਲਿਆ ਤੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਕਿ ਸਿਰਾਜੂਦੌਲਾ ਨੂੰ ਕਿਸ ਤਰ੍ਹਾਂ ਦੇ ਨਾਲ ਗੱਦੀ ਤੋਂ ਉਤਾਰਿਆ ਜਾਵੇ। ਤੇ ਨਾਲ ਹੀ ਮੀਰ ਜ਼ਾਫਰ ਨੂੰ ਕਿਹਾ ਕਿ ਜਦੋਂ ਸਿਰਾਜੂਦੌਲਾ ਨੂੰ ਗੱਦੀ ਤੋਂ ਉਤਾਰਿਆ ਜਾਵੇਗਾ ਕਿ ਤੈਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਜਾਏਗਾ। ਇਸ ਕਰਕੇ ਫਿਰ ਪਲਾਸੀ ਨਾਮ ਦੇ ਸਥਾਨ 'ਤੇ ਜੂਨ 1757 ਵਿੱਚ ਲੜਾਈ ਹੋਈ ਸੀ, ਜਿਸ ਦੇ ਵਿੱਚ ਮੀਰ ਜ਼ਾਫਰ ਲੜਾਈ ਦੇ ਮੈਦਾਨ ਵਿੱਚ ਉਤਰਿਆ ਸੀ ਸਿਰਾਜੂਦੌਲਾ ਵੱਲੋਂ, ਲੇਕਿਨ ਉਹ ਲੜ ਰਿਹਾ ਸੀ ਅੰਗਰੇਜ਼ਾਂ ਵੱਲੋਂ ਤੇ ਉਸਨੇ ਕਿਸੇ ਵੀ ਤਰ੍ਹਾਂ ਦੇ ਨਾਲ ਲੜਾਈ ਦੇ ਵਿੱਚ ਹਿੱਸਾ ਨਹੀਂ ਲਿਆ, ਕਿਉਂਕਿ ਉਸਨੇ ਪਹਿਲਾਂ ਹੀ ਕਲਾਈਵ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਲੜਾਈ ਵਿੱਚ ਹਿੱਸਾ ਨਾ ਲੈਣ ਦਾ। ਇਸ ਤਰ੍ਹਾਂ ਦੇ ਨਾਲ ਪਲਾਸੀ ਨਾਮ ਦੇ ਸਥਾਨ 'ਤੇ ਕਲਾਈਵ ਨੇ
ਨਵਾਬ ਸਿਰਾਜੂਦੌਲਾ ਨੂੰ ਹਰਾਇਆ ਮੀਰ ਜ਼ਾਫਰ ਦੇ ਨਾਲ ਸਾਜ਼ਿਸ਼ ਰਚ ਕੇ, ਜਿਹਦੇ ਨਾਲ ਕੀ ਹੋਇਆ ਕਿ ਸਿਰਾਜੂਦੌਲਾ ਜਿਹੜਾ ਸੀ ਉਸ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਮੀਰ ਜ਼ਾਫਰ ਬੰਗਾਲ ਦਾ ਨਵਾਬ ਬਣ ਗਿਆ ਨਵਾਂ। ਉਸ ਤੋਂ ਬਾਅਦ ਫਿਰ ਕੰਪਨੀ ਨੂੰ ਬਹੁਤ ਸਾਰਾ ਪੈਸਾ ਅਤੇ ਬਹੁਤ ਸਾਰੀਆਂ ਵਪਾਰਕ ਸਹੂਲਤਾਂ ਮਿਲ ਗਈਆਂ ਬੰਗਾਲ ਦੇ ਵਿੱਚ। ਕਲਾਈਵ ਨੂੰ ਵੀ ਤੋਹਫੇ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਸੀ ਉਹ ਮਿਲ ਗਿਆ। ਸੋ ਇਹ ਸੀ ਰੋਬਰਟ ਕਲਾਈਵ ਦਾ ਮੁੱਢਲਾ ਜੀਵਨ। ਥੈਂਕ ਯੂ।